ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਛੋਟੀਆਂ ਖਬਰਾਂ ਦੇ ਉੱਪਰ। ਕੈਨੇਡਾ ਨੇ 2 ਸਾਲਾਂ ਦੇ ਵਿੱਚ ਪਹਿਲਾ ਬਜਟ ਕੀਤਾ ਪੇਸ਼। 3 ਲੱਖ ਤੋਂ ਵੱਧ ਨੌਕਰੀਆਂ ਲੈ ਕੇ ਆਉਣ ਦੀ ਤਿਆਰੀ। ਅੰਤਰਰਾਸ਼ਟਰੀ ਨਸ਼ਾ ਤਸਕਰ ਗਿਰੋਹ ਬੇਨਕਾਬ, ਵੱਡੀ ਗਿਣਤੀ ਦੇ ਵਿੱਚ ਪੰਜਾਬੀ ਹੋਏ ਗ੍ਰਿਫਤਾਰ। ਟਰੂਡੋ ਆਇਆ ਓਨਟਾਰੀਓ ਦੀ ਮਦਦ ਦੇ ਲਈ ਅੱਗੇ, ਕਰੋਨਾ ਦੇ ਚੱਲਦਿਆਂ ਭੇਜੀ ਜਾ ਰਹੀ ਮਦਦ। ਵੈਨਕੂਵਰ ਦੇ ਵਿੱਚ ਪੰਜਾਬੀ ਨੌਜਵਾਨ ਦੇ ਮਾਰੀਆਂ ਗੋਲੀਆਂ, ਰੈਸਟੋਰੈਂਟ ਦੇ ਬਾਹਰ ਮਾਰੀਆਂ ਗਈਆਂ ਗੋਲੀਆਂ। ਐਪਸਫੋਰਡ ਦੇ ਵਿੱਚ ਹੋਇਆ ਕਿਸਾਨ ਅੰਦੋਲਨ, ਟਰੈਕਟਰ ਲੈ ਕੇ ਪਹੁੰਚੇ ਪੰਜਾਬੀ। ਫੈਡਰਲ ਸਰਕਾਰ ਵੱਲੋਂ ਅੱਜ ਆਪਣਾ ਬਜਟ ਪੇਸ਼ ਕੀਤਾ ਗਿਆ। ਦੱਸ ਦਈਏ ਕਿ 2 ਸਾਲਾਂ ਦੇ ਵਿੱਚ ਇਹ ਪਹਿਲਾ ਬਜਟ ਹੈ ਜਿਹੜਾ ਫੈਡਰਲ ਸਰਕਾਰ ਵੱਲੋਂ ਪੇਸ਼ ਕੀਤਾ ਗਿਆ। ਪਿਛਲੇ ਸਾਲ ਕਰੋਨਾ ਵਾਇਰਸ ਦੇ ਚੱਲਦਿਆਂ ਇਸ ਨੂੰ ਰੱਦ ਕੀਤਾ ਗਿਆ ਸੀ। ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਇਸ ਬਜਟ ਦੇ ਵਿੱਚ ਕੀ ਕੁਝ ਰਿਹਾ ਅੱਜ ਖਾਸ। ਕੈਨੇਡਾ ਦਾ ਨੈਟ ਡੈਪਟ $1 ਟ੍ਰਿਲੀਅਨ ਤੋਂ ਕ੍ਰਾਸ ਕਰ ਗਿਆ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ। ਦੱਸ ਦਈਏ ਕਿ ਲਿਬਰਲਸ ਦੇ ਵੱਲੋਂ ਬਜਟ ਦੇ ਵਿੱਚ ਕੋਵਿਡ-19 ਏਡ ਨੂੰ ਵੀ ਵਧਾਇਆ ਗਿਆ। ਸਰਕਾਰ ਵੱਲੋਂ 2 ਸਾਲ ਦੇ ਵਿੱਚ ਪਹਿਲਾ ਆਪਣਾ ਬਜਟ ਪੇਸ਼ ਕੀਤਾ ਗਿਆ, ਜਿਸ ਦੇ ਵਿੱਚ ਵਰਕਰਸ ਅਤੇ ਸਟਰਗਲਿੰਗ ਬਿਜ਼ਨੈਸਸ ਦੇ ਵਾਸਤੇ ਓਟਵਾਸ ਕੋਵਿਡ-19 ਲਾਈਫਲਾਈਨ ਨੂੰ ਵਧਾਇਆ ਗਿਆ। ਵਿੱਤ ਮੰਤਰੀ ਵੱਲੋਂ ਪੇਸ਼ ਕੀਤੇ ਗਏ ਇਸ ਬਜਟ ਨੂੰ ਪ੍ਰੀ ਇਲੈਕਸ਼ਨ ਪਲੇਟਫਾਰਮ ਦੇ ਤੌਰ ਦੇ ਉੱਪਰ ਦੇਖਿਆ ਜਾ ਰਿਹਾ ਹੈ। ਫ੍ਰੀਲੈਂਡ ਵੱਲੋਂ ਆਪਣੇ ਭਾਸ਼ਣ ਦੇ ਦੌਰਾਨ ਕਿਹਾ ਗਿਆ ਕਿ ਕਰੋਨਾ ਵਾਇਰਸ ਦੇ ਚੱਲਦਿਆਂ ਜਿਹੜਾ ਆਰਥਿਕਤਾ ਦੇ ਉੱਪਰ ਅਸਰ ਪਿਆ, ਇਸ ਬਜਟ ਦੇ ਨਾਲ ਉਸ ਨੂੰ ਖਤਮ ਕੀਤਾ ਜਾਵੇਗਾ। ਇਸ ਬਜਟ ਦੇ ਤਹਿਤ ਹੁਣ ਹੋਰ ਵੀ ਨੌਕਰੀਆਂ ਲਿਆਂਦੀਆਂ ਜਾਣਗੀਆਂ ਅਤੇ ਕਈ ਤਰ੍ਹਾਂ ਦਾ ਇਸ ਦੇ ਨਾਲ ਮੁਨਾਫਾ ਮਿਲੇਗਾ। ਕੈਨੇਡਾ ਦਾ ਨੈਟ ਡੈਪਟ ਇਸ ਸਮੇਂ $1 ਟ੍ਰਿਲੀਅਨ ਹੋ ਗਿਆ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਪੈਂਡੈਮਿਕ ਦੇ ਕਾਰਨ $354 ਬਿਲੀਅਨ ਦਾ ਡੈਫਿਸਿਟ ਦੇਖਿਆ ਗਿਆ। ਇਸ ਦੇ ਨਾਲ ਹੁਣ ਇਸ ਸਾਲ ਦੇ ਵਿੱਚ $155 ਬਿਲੀਅਨ ਦਾ ਡੈਫਿਸਿਟ ਖਤਮ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ 2022 ਤੋਂ 2023 ਦੇ ਦੌਰਾਨ $60 ਬਿਲੀਅਨ ਦਾ ਡੈਫਿਸਿਟ ਖਤਮ ਕੀਤਾ ਜਾਵੇਗਾ। ਆਉਣ ਵਾਲੇ 3 ਸਾਲਾਂ ਦੇ ਵਾਸਤੇ $100 ਮਿਲੀਅਨ ਖਰਚ ਕੀਤੇ ਜਾਣਗੇ, ਜੋ ਕਿ ਲੇਡ ਆਫ ਵਰਕਰਸ ਦੇ ਵਾਸਤੇ ਹੋਣਗੇ। ਇਸ ਦੇ ਨਾਲ ਹੀ ਕਲਾਈਮੇਟ ਚੇਂਜ ਪ੍ਰੋਗਰਾਮ ਦੇ ਵਾਸਤੇ $17 ਬਿਲੀਅਨ ਦਾ ਵੀ ਵਾਅਦਾ ਕੀਤਾ ਗਿਆ ਹੈ। ਕੋਵਿਡ-19 ਤੋਂ ਬਾਅਦ ਕੈਨੇਡਾ ਦੇ ਵਿੱਚ ਗ੍ਰੀਨ ਰਿਕਵਰੀ ਨੂੰ ਪ੍ਰਮੋਟ ਕਰਨ ਦੇ ਵਾਸਤੇ ਲਿਬਰਲਸ ਦੇ ਵੱਲੋਂ $17 ਬਿਲੀਅਨ ਦਾ ਵਾਅਦਾ ਕੀਤਾ ਗਿਆ। ਇਸ ਬਜਟ ਦੇ ਤਹਿਤ ਦੱਸਿਆ ਗਿਆ ਹੈ ਕਿ ਕੈਨੇਡਾ ਵੱਲੋਂ 3,30,000 ਦੇ ਕਰੀਬ ਅਗਲੇ ਸਾਲ ਦੇ ਵਾਸਤੇ ਨੌਕਰੀਆਂ ਲਿਆਂਦੀਆਂ ਜਾਣਗੀਆਂ। ਨਾਲ ਹੀ ਇਮੀਗ੍ਰੇਸ਼ਨ ਦੇ ਬਾਰੇ ਵਿੱਚ ਵੀ ਫ੍ਰੀਲੈਂਡ ਵੱਲੋਂ ਜ਼ਿਕਰ ਕੀਤਾ ਗਿਆ, ਜਿੱਥੇ ਉਹਨਾਂ ਕਿਹਾ ਕਿ ਕੈਨੇਡਾ ਦੇ ਵਿੱਚ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਖਾਸ ਤੌਰ ਦੇ ਉੱਪਰ ਅਤੇ ਜਿਹੜਾ ਨਵਾਂ ਟੈਲੈਂਟ ਹੈ ਉਹਨਾਂ ਨੂੰ ਅਟਰੈਕਟ ਕੀਤਾ ਜਾਵੇਗਾ। ਖਬਰ ਕੈਨੇਡਾ ਤੋਂ ਸਾਹਮਣੇ ਆਈ ਹੈ, ਜਿੱਥੇ ਇੱਕ ਅੰਤਰਰਾਸ਼ਟਰੀ ਨਸ਼ਾ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ। ਦੱਸ ਦਈਏ ਕਿ ਇੱਥੇ ਗ੍ਰੇਟਰ ਟੋਰਾਂਟੋ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਪ੍ਰੋਜੈਕਟ ਚੀਤਾ ਚਲਾਇਆ ਗਿਆ ਸੀ। ਪੁਲਿਸ ਵੱਲੋਂ ਸਾਂਝੇ ਤੌਰ ਦੇ ਉੱਪਰ ਕਾਰਵਾਈ ਕੀਤੀ ਗਈ ਸੀ, ਜਿੱਥੇ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਵੱਡੀ ਮਾਤਰਾ ਦੇ ਵਿੱਚ ਇਹਨਾਂ ਤੋਂ ਨਸ਼ਾ ਬਰਾਮਦ ਹੋਇਆ। ਜਿਹੜੇ ਗ੍ਰਿਫਤਾਰ ਕੀਤੇ ਗਏ ਉਹਨਾਂ ਦੇ ਵਿੱਚ ਵੱਡੀ ਗਿਣਤੀ ਪੰਜਾਬੀ ਸ਼ਾਮਿਲ ਹਨ, ਜਿਨ੍ਹਾਂ ਦੇ ਵਿੱਚ ਇੱਕ ਪੰਜਾਬਣ ਮੁਟਿਆਰ ਵੀ ਸ਼ਾਮਿਲ ਪਾਈ ਗਈ ਹੈ। ਪੁਲਿਸ ਨੇ ਜੋ ਜਾਣਕਾਰੀ ਦਿੱਤੀ ਉਸ ਦੇ ਮੁਤਾਬਕ 30 ਤੋਂ ਵੱਧ ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ। $2.3 ਮਿਲੀਅਨ ਦਾ ਜਿਹੜਾ ਨਸ਼ਾ ਇਹਨਾਂ ਦੇ ਕੋਲੋਂ ਬਰਾਮਦ ਕੀਤਾ ਗਿਆ। 48 ਆਮ ਪਿੱਟ ਮਿਲੇ ਨੇ ਤੇ ਨਾਲ ਹੀ 7 ਲੱਖ ਤੋਂ ਵੱਧ ਕੈਨੇਡੀਅਨ ਡਾਲਰਸ ਵੀ ਇਹਨਾਂ ਤੋਂ ਬਰਾਮਦ ਕੀਤੇ ਗਏ। ਦੱਸੀਏ ਕਿ ਯਾਰਕ ਰੀਜਨਲ ਪੁਲਿਸ, ਪੀਲ ਪੁਲਿਸ ਅਤੇ RCMP ਵੱਲੋਂ ਸਾਂਝੇ ਤੌਰ ਦੇ ਉੱਪਰ ਕਾਰਵਾਈ ਕੀਤੀ ਗਈ ਸੀ। ਮਾਮਲਾ ਕੈਨੇਡਾ ਦੇ ਗ੍ਰੇਟਰ ਟੋਰਾਂਟੋ ਤੋਂ ਸਾਹਮਣੇ ਆਇਆ, ਜਿੱਥੇ ਪੁਲਿਸ ਨੇ ਸਾਂਝੀ ਕਾਰਵਾਈ ਕਰਦਿਆਂ ਇੱਕ ਅੰਤਰਰਾਸ਼ਟਰੀ ਨਸ਼ਾ ਤਸਕਰ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਦੱਸੀਏ ਕਿ ਗ੍ਰੇਟਰ ਟੋਰਾਂਟੋ ਦੇ ਇਲਾਕੇ ਦੇ ਸ਼ਹਿਰਾਂ ਦੇ ਵਿੱਚ ਪੁਲਿਸ ਵੱਲੋਂ ਇੱਕ ਸਾਂਝਾ ਆਪਰੇਸ਼ਨ ਚਲਾਇਆ ਗਿਆ, ਜਿਸ ਦੇ ਤਹਿਤ ਇਸ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਯਾਰਕ ਰੀਜਨਲ ਪੁਲਿਸ, ਪੀਲ ਪੁਲਿਸ ਅਤੇ RCMP ਵੱਲੋਂ ਪ੍ਰੋਜੈਕਟ ਚੀਤਾ ਚਲਾਇਆ ਗਿਆ। ਇਸ ਪ੍ਰੋਜੈਕਟ ਚੀਤਾ ਦੇ ਤਹਿਤ ਪੁਲਿਸ ਨੇ $1 ਮਿਲੀਅਨ ਦੇ ਡਰੱਗ, 4 ਦਰਜਨ ਦੇ ਕਰੀਬ ਹਥਿਆਰ ਅਤੇ 7,30,000 ਕੈਨੇਡੀਅਨ ਕਰੰਸੀ ਬਰਾਮਦ ਕੀਤੀ ਹੈ। ਪੁਲਿਸ ਵੱਲੋਂ 30 ਤੋਂ ਜ਼ਿਆਦਾ ਜਾਣਿਆਂ ਨੂੰ ਇਸ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ। 48 ਫਾਇਰ ਆਰਮਸ ਬਰਾਮਦ ਕੀਤੀਆਂ ਗਈਆਂ। $2.3 ਮਿਲੀਅਨ ਦੇ ਡਰੱਗਸ ਬਰਾਮਦ ਕੀਤੇ ਗਏ। ਇਸ ਦੇ ਨਾਲ ਹੀ 7,30,000 ਕੈਨੇਡੀਅਨ ਕਰੰਸੀ ਵੀ ਬਰਾਮਦ ਕੀਤੀ ਗਈ ਹੈ। ਇਸ ਦੇ ਨਾਲ ਸੰਬੰਧਿਤ ਬਿਆਨ ਯਾਰਕ ਰੀਜਨਲ ਪੁਲਿਸ ਵੱਲੋਂ ਵੀ ਸਾਂਝਾ ਕੀਤਾ ਗਿਆ, ਜਿਸ ਦੇ ਵਿੱਚ ਉਹਨਾਂ ਨੇ ਇਸ ਸੰਬੰਧੀ ਸਾਰੀ ਜਾਣਕਾਰੀ ਸਾਂਝੀ ਕੀਤੀ। ਇਸ ਮਾਮਲੇ ਦੇ ਵਿੱਚ 2 ਦਰਜਨ ਤੋਂ ਵੱਧ ਜਾਣਿਆਂ ਨੂੰ ਚਾਰਜ ਕੀਤਾ ਗਿਆ।
ਜਿਨ੍ਹਾਂ ਦੇ ਵਿੱਚ ਵੱਡੀ ਗਿਣਤੀ ਅੰਦਰ ਪੰਜਾਬੀ ਸਨ। ਇੰਨਾ ਹੀ ਨਹੀਂ, ਇਸ ਦੇ ਵਿੱਚ ਇੱਕ ਪੰਜਾਬਣ ਦਾ ਵੀ ਨਾਮ ਸਾਹਮਣੇ ਆਇਆ ਹੈ। ਅਪ੍ਰੈਲ 8 ਨੂੰ ਪੁਲਿਸ ਵੱਲੋਂ 50 ਸਰਚ ਵਾਰੰਟ ਐਗਜ਼ੀਕਿਊਟ ਕੀਤੇ ਗਏ ਸੀ, ਜਿਸ ਤੋਂ ਬਾਅਦ ਇਹ ਹੁਣ ਵੱਡੀ ਕਾਰਵਾਈ ਹੋਈ ਹੈ। ਜਿਨ੍ਹਾਂ ਦੇ ਇਸ ਮਾਮਲੇ ਦੇ ਵਿੱਚ ਨਾਮ ਸਾਹਮਣੇ ਆਏ ਉਹ ਹਨ ਪੁਰਸ਼ੋਤਮ ਮੱਲੀ, ਰੁਪਿੰਦਰ ਢਿੱਲੋਂ, ਸਨਵੀਰ ਸਿੰਘ, ਹਰੀਪਾਲ ਨਾਗਰਾ, ਪ੍ਰਿਤਪਾਲ ਸਿੰਘ, ਹਰਕਿਰਨ ਸਿੰਘ, ਲਖਪ੍ਰੀਤ ਬਰਾੜ, ਸਰਬਜੀਤ ਸਿੰਘ, ਬਲਵਿੰਦਰ ਧਾਲੀਵਾਲ, ਰੁਪਿੰਦਰ ਧਾਲੀਵਾਲ, ਰਣਜੀਤ ਸਿੰਘ, ਸੁਖਮਨਪ੍ਰੀਤ ਸਿੰਘ, ਰੁਪਿੰਦਰ ਸ਼ਰਮਾ। ਇਸ ਦੇ ਨਾਲ ਹੀ ਜਿਸ ਪੰਜਾਬਣ ਦਾ ਨਾਮ ਸਾਹਮਣੇ ਆਇਆ ਉਸ ਦੀ ਉਮਰ 25 ਸਾਲ ਦੱਸੀ ਗਈ ਅਤੇ ਨਾਮ ਪ੍ਰਭ ਸਿਮਰਨ ਕੌਰ ਹੈ। ਕੁਸ਼ਲ ਪਿੰਡਰ, ਪ੍ਰਭਜੀਤ ਮੁੰਡੀਆਂ, ਵੰਸ਼ ਅਰੋੜਾ, ਸਿਮਰਨਜੀਤ ਨਾਰੰਗ, ਹਰਜਿੰਦਰ ਝੱਜ, ਗਗਨਪ੍ਰੀਤ ਗਿੱਲ, ਸੁਖਜੀਤ ਧਾਲੀਵਾਲ, ਹਰਜੋਤ ਸਿੰਘ, ਸੁਖਜੀਤ ਧੁੱਗਾ, ਗੁਰਬਿੰਦਰ ਸੂਚ। My name is Ryan Hogan. I'm the inspector at the Organized Crime Enforcement Bureau of York Regional Police. We're here today talking about Project Cheetah. Project Cheetah was a national and international, in fact transnational, investigation into the importation and distribution of cocaine, heroin, opium and ketamine into Canada, both from India and from California. The investigation, which I said was a year long, resulted in over 50 search warrants being executed in Ontario, British Columbia and California. As a result of those warrants and the investigation to date, we've seized over 10 kilograms of cocaine, 8 kilograms of ketamine, and numerous kilograms of opium and heroin. Of particular concern when we look at heroin, a very insidious drug causing great harm to our community, a number of kilograms are alleged to be seized from a playland in Brampton. So we can see not only the effects in the community, but the real significant risk that it put to the children, some of the most vulnerable people in our community. So it was a year-long investigation coordinated with our partners from the Royal Canadian Mounted Police here in Ontario, Alberta and British Columbia, with Peel Regional Police, and with our partners in the United States being the Drug Enforcement Administration. As a result of the investigation, we have over 20 people facing over 100 criminal charges, ranging from conspiracy to traffic to trafficking and possession of proceeds of crime. Additionally, we've seized over $700,000 in Canadian currency that we're alleging is the direct proceeds from drug trafficking crimes. As well as 3 high-end vehicles that are seized as offence-related property. In one particular search warrant in Caledon, Ontario, we're alleging that the person who resided at that residence, who's facing numerous charges on a conspiracy to traffic and trafficking of multiple kilograms of drugs, was in possession of these firearms, 46 in fact, some of them very menacing in the firepower that they possess. And we know that in the drug trade, violence is common. The propensity for violence as a profit-driven illegal commodities. ਓਨਟਾਰੀਓ ਦੇ ਵਿੱਚ ਕਰੋਨਾ ਵਾਇਰਸ ਦੇ ਹਾਲਾਤ ਵਿਗੜਦੇ ਹੀ ਜਾ ਰਹੇ ਨੇ। ਅਜਿਹੇ ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਖਾਸ ਐਲਾਨ ਓਨਟਾਰੀਓ ਦੇ ਵਾਸਤੇ ਕੀਤਾ ਗਿਆ, ਜਿੱਥੇ ਉਹਨਾਂ ਦੱਸਿਆ ਕਿ ਹੈਲਥ ਕੇਅਰ ਵਰਕਰਸ ਭੇਜੇ ਜਾ ਰਹੇ ਨੇ। ਨਾਲ ਹੀ ਵੱਖ-ਵੱਖ ਹੋਰ ਜਿਹੜੇ ਪ੍ਰੋਵਿੰਸਸ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਕਿ ਓਨਟਾਰੀਓ ਨੂੰ ਅਗਲੇ ਕੁਝ ਦਿਨਾਂ ਦੌਰਾਨ ਜਿਹੜੇ ਇਕਵਿਪਮੈਂਟਸ ਦੀ ਜ਼ਰੂਰਤ ਹੈ ਉਹ ਭੇਜੇ ਜਾਣ। ਓਨਟਾਰੀਓ ਦੇ ਵਿੱਚ ਕਾਫੀ ਜ਼ਿਆਦਾ ਕੋਵਿਡ-19 ਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ। ਇੱਥੇ ਰੋਜ਼ਾਨਾ 4000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਨੇ। ਹਸਪਤਾਲਾਂ ਦੇ ਵਿੱਚ ਵੀ ਮਰੀਜ਼ਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ। ਹਾਲ ਹੀ ਦੇ ਵਿੱਚ ਓਨਟਾਰੀਓ ਦੇ ਪ੍ਰੀਮੀਅਰ ਵੱਲੋਂ ਵੱਖ-ਵੱਖ ਪ੍ਰੋਵਿੰਸਸ ਦੇ ਪ੍ਰੀਮੀਅਰਸ ਤੋਂ ਅਪੀਲ ਕੀਤੀ ਸੀ, ਮੰਗ ਕੀਤੀ ਸੀ ਕਿ ਉਹਨਾਂ ਦੀ ਮਦਦ ਕੀਤੀ ਜਾਵੇ। ਹੁਣ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਓਨਟਾਰੀਓ ਦੇ ਲਈ ਇੱਕ ਖਾਸ ਵੱਡਾ ਐਲਾਨ ਕੀਤਾ ਗਿਆ ਹੈ, ਜਿੱਥੇ ਫੈਡਰਲ ਸਰਕਾਰ ਵੱਲੋਂ ਓਨਟਾਰੀਓ ਦੇ ਵਿੱਚ ਹੈਲਥ ਕੇਅਰ ਵਰਕਰਸ ਭੇਜੇ ਜਾ ਰਹੇ ਹਨ। ਇਸ ਦੇ ਨਾਲ ਹੀ ਜਿਹੜੇ ਵੀ ਇਕਵਿਪਮੈਂਟਸ ਦੀ ਜ਼ਰੂਰਤ ਹੈ ਉਹ ਵੀ ਓਨਟਾਰੀਓ ਨੂੰ ਭੇਜੇ ਜਾ ਰਹੇ ਹਨ ਤਾਂ ਕਿ ਇੱਥੇ ਕਰੋਨਾ ਵਾਇਰਸ ਦੇ ਹਾਲਾਤਾਂ ਦੇ ਉੱਪਰ ਕਾਬੂ ਪਾਇਆ ਜਾ ਸਕੇ। ਇਸ ਸਭ ਦੇ ਬਾਰੇ ਵਿੱਚ ਪ੍ਰਧਾਨ ਮੰਤਰੀ ਟਰੂਡੋ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਦੱਸਿਆ ਹੈ ਕਿ ਕਿਹੜੀ ਰਾਹਤ ਓਨਟਾਰੀਓ ਦੇ ਲਈ ਐਲਾਨ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਜਾਣਕਾਰੀ ਦਿੱਤੀ ਕਿ ਉਹਨਾਂ ਨੇ ਨਿਊ ਫਾਊਂਡਲੈਂਡ ਐਂਡ ਲੈਬਰਾਡੋਰ, ਪ੍ਰਿੰਸ ਐਡਵਰਡ ਆਈਲੈਂਡ ਅਤੇ ਨੋਵਾ ਸਕੋਸ਼ੀਆ ਦੇ ਪ੍ਰੀਮੀਅਰਸ ਦੇ ਨਾਲ ਵੀ ਗੱਲ ਕੀਤੀ ਹੈ ਕਿ ਉਹ ਓਨਟਾਰੀਓ ਨੂੰ ਜਿਹੜੇ ਜ਼ਰੂਰੀ ਇਕਵਿਪਮੈਂਟਸ ਹਨ ਉਹ ਅਗਲੇ ਕੁਝ ਦਿਨਾਂ ਦੌਰਾਨ ਭੇਜਣ। ਹੋਰ ਪ੍ਰਧਾਨ ਮੰਤਰੀ ਟਰੂਡੋ ਨੇ ਕੀ ਕਿਹਾ, ਆਓ ਤੁਹਾਨੂੰ ਸੁਣਾਉਂਦੇ ਹਾਂ। Canada continues to face an incredibly serious situation with this third wave. Cases are rising rapidly. In many cases, in many places, numbers are higher than they've ever been before, and far too many hospitals are stretched way too thin. In Toronto in particular, numbers are breaking record after record and ICU hospital beds are filling up. There's no doubt that Canada's largest city is struggling under the weight of this third wave,
So we're going to do whatever it takes to help. ਵੈਨਕੂਵਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਰੈਸਟੋਰੈਂਟ ਤੋਂ ਬਾਹਰ ਇੱਕ ਪੰਜਾਬੀ ਨੂੰ ਗੋਲੀਆਂ ਮਾਰੀਆਂ ਗਈਆਂ। ਇਸ ਤੋਂ ਪਹਿਲਾਂ ਵੀ ਕਈ ਅਜਿਹੀਆਂ ਵਾਰਦਾਤਾਂ ਸਾਹਮਣੇ ਆ ਚੁੱਕੀਆਂ ਨੇ। ਦੱਸ ਦਈਏ ਕਿ ਜਿਸ ਪੰਜਾਬੀ ਨੂੰ ਗੋਲੀਆਂ ਮਾਰੀਆਂ ਗਈਆਂ ਉਹ ਧਾਲੀਵਾਲ ਬ੍ਰਦਰਜ਼ ਦੇ ਗਰੁੱਪ ਦੇ ਨਾਲ ਸੰਬੰਧਿਤ ਹੈ। ਨਾਲ ਹੀ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਪੜਤਾਲ ਕੀਤੀ ਜਾ ਰਹੀ ਹੈ। ਮਾਮਲਾ ਵੈਨਕੂਵਰ ਤੋਂ ਸਾਹਮਣੇ ਆਇਆ ਜਿੱਥੇ ਇੱਕ ਰੈਸਟੋਰੈਂਟ ਦੇ ਬਾਹਰ ਪੰਜਾਬੀ ਨੌਜਵਾਨ ਨੂੰ ਗੋਲੀਆਂ ਮਾਰੀਆਂ ਗਈਆਂ। ਇਹ ਘਟਨਾ ਡਾਊਨਟਾਊਨ ਵੈਨਕੂਵਰ ਦੇ ਕੋਲ ਹਾਰਬਰ ਇਲਾਕੇ ਦੀ ਹੈ ਜਿੱਥੇ ਕਾਰਡੈਰੋਜ਼ ਰੈਸਟੋਰੈਂਟ ਦੇ ਬਾਹਰ ਇੱਕ ਪੰਜਾਬੀ ਨੌਜਵਾਨ ਨੂੰ ਗੋਲੀਆਂ ਮਾਰੀਆਂ ਗਈਆਂ। ਇਸ ਮਰਨ ਵਾਲੇ ਪੰਜਾਬੀ ਦੀ ਪਹਿਚਾਣ ਹਰਬ ਧਾਲੀਵਾਲ ਦੇ ਤੌਰ ਦੇ ਉੱਪਰ ਦੱਸੀ ਗਈ। ਦੱਸ ਦਈਏ ਕਿ ਹਰਬ ਧਾਲੀਵਾਲ ਐਪਸਫੋਰਡ ਦੇ ਧਾਲੀਵਾਲ ਬ੍ਰਦਰਜ਼ ਦੇ ਵਿੱਚੋਂ ਹੀ ਇੱਕ ਸੀ ਜਿਸ ਨੂੰ ਵੈਨਕੂਵਰ ਦੇ ਵਿੱਚ ਜਾਣੀ ਕਿ ਰੈਸਟੋਰੈਂਟ ਦੇ ਬਾਹਰ ਗੋਲੀਆਂ ਮਾਰੀਆਂ ਗਈਆਂ। ਇੱਕ ਸਮਾਂ ਸੀ ਜਦੋਂ ਧਾਲੀਵਾਲ ਬ੍ਰਦਰਜ਼ ਦੇ ਵੱਲੋਂ ਐਪਸਫੋਰਡ ਦੇ ਵੇਕਨ ਬ੍ਰਦਰਜ਼ ਦੇ ਨਾਲ ਕੰਮ ਕੀਤਾ ਜਾ ਰਿਹਾ ਸੀ ਜਿੱਥੇ ਹੁਣ ਧਾਲੀਵਾਲ ਬ੍ਰਦਰਜ਼ ਨੂੰ ਖਤਮ ਕਰਨ ਦੇ ਵਾਸਤੇ ਵਿਰੋਧੀ ਗੈਂਗਸ ਦੇ ਵੱਲੋਂ ਅਜਿਹਾ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਧਾਲੀਵਾਲ ਬ੍ਰਦਰਜ਼ ਦੇ ਉੱਪਰ ਕਈ ਹਮਲੇ ਕੀਤੇ ਜਾ ਚੁੱਕੇ ਹਨ। ਇਸ ਦੇ ਨਾਲ ਹੀ ਦੱਸ ਦਈਏ ਕਿ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਜਾਣਕਾਰੀ ਦਿੱਤੀ ਕਿ ਉਹਨਾਂ ਨੂੰ ਰਾਤ 8:30 ਵਜੇ ਦੇ ਕਰੀਬ ਇਸ ਮਾਮਲੇ ਦੇ ਬਾਰੇ ਵਿੱਚ ਰਿਪੋਰਟ ਮਿਲੀ ਸੀ। ਫਿਲਹਾਲ ਇਸ ਮਾਮਲੇ ਦੇ ਵਿੱਚ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੋਈ ਪਰ ਪੁਲਿਸ ਨੇ ਇਹ ਜ਼ਰੂਰ ਦੱਸਿਆ ਹੈ ਕਿ ਇਸ ਸਾਲ ਵੈਨਕੂਵਰ ਦੇ ਵਿੱਚ ਇਹ ਵਾਪਰੀ 5ਵੀਂ ਕਤਲ ਦੀ ਵਾਰਦਾਤ ਹੈ। ਇਸ ਦੌਰਾਨ ਪੁਲਿਸ ਵੱਲੋਂ ਇਹ ਜ਼ਰੂਰ ਦੱਸਿਆ ਗਿਆ ਹੈ ਕਿ ਇਸ ਜਗ੍ਹਾ ਦੇ ਉੱਪਰ ਜੋ ਇਹ ਘਟਨਾ ਵਾਪਰੀ ਹੈ ਉਸ ਤੋਂ ਬਾਅਦ ਕਈ ਲੋਕਾਂ ਦੀ ਜ਼ਿੰਦਗੀ ਜ਼ੋਖਮ ਦੇ ਵਿੱਚ ਪੈ ਗਈ ਹੈ। ਹੁਣ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਤਫਤੀਸ਼ ਕੀਤੀ ਜਾ ਰਹੀ ਹੈ ਤਾਂ ਕਿ ਇਸ ਦੇ ਬਾਰੇ ਵਿੱਚ ਸਾਰੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਸਕੇ। ਕਿਸਾਨ ਅੰਦੋਲਨ ਦੀ ਸ਼ੁਰੂਆਤ ਭਾਰਤ ਤੋਂ ਹੋਈ ਪਰ ਇਹ ਵਿਦੇਸ਼ਾਂ ਦੀ ਧਰਤੀ ਦੇ ਉੱਪਰ ਵੀ ਉਸੇ ਤਰ੍ਹਾਂ ਮੁੱਦਾ ਚੁੱਕਿਆ ਜਾ ਰਿਹਾ ਹੈ ਜਿਸ ਤਰ੍ਹਾਂ ਭਾਰਤ ਦੇ ਵਿੱਚ ਇਸ ਦੇ ਲਈ ਆਵਾਜ਼ ਬੁਲੰਦ ਹੋ ਰਹੀ ਹੈ। ਗੱਲ ਕਰੀਏ ਕੈਨੇਡਾ ਦੀ ਤਾਂ ਲਗਾਤਾਰ ਭਾਰਤ ਦੇ ਕਿਸਾਨਾਂ ਦੇ ਲਈ ਇੱਥੇ ਪ੍ਰਦਰਸ਼ਨ ਪ੍ਰੋਟੈਸਟ ਕੀਤੇ ਜਾ ਰਹੇ ਨੇ। ਤਾਜ਼ਾ ਪ੍ਰੋਟੈਸਟ ਕੀਤਾ ਗਿਆ ਐਪਸਫੋਰਡ ਮਿਸ਼ਨ ਦੇ ਵਿੱਚ ਜਿੱਥੇ ਵੱਡੀ ਗਿਣਤੀ ਟਰੈਕਟਰ ਸੜਕਾਂ ਦੇ ਉੱਪਰ ਨਜ਼ਰ ਆਏ ਜਿਨ੍ਹਾਂ ਵੱਲੋਂ ਭਾਰਤੀ ਕਿਸਾਨਾਂ ਦੇ ਹੱਕ ਦੇ ਵਿੱਚ ਨਾਅਰੇ ਲਗਾਏ ਗਏ, ਕਿਸਾਨਾਂ ਦੇ ਲਈ ਆਵਾਜ਼ ਬੁਲੰਦ ਕੀਤੀ ਗਈ। ਇਸ ਮੌਕੇ ਦੇ ਉੱਪਰ ਖਾਸ ਹਦਾਇਤਾਂ ਜਾਰੀ ਕੀਤੀਆਂ ਗਈਆਂ ਸੀ ਕਿ ਜਿਹੜੇ ਵੀ ਟਰੈਕਟਰ ਇਸ ਦੇ ਵਿੱਚ ਜਾਣੀ ਕਿ ਇਸ ਪ੍ਰੋਟੈਸਟ ਦੇ ਵਿੱਚ ਸ਼ਾਮਿਲ ਹੋਣ ਉਹ ਇਨਸ਼ੋਰਡ ਹੋਣੇ ਚਾਹੀਦੇ ਨੇ। ਕੋਰੋਨਾ ਵਾਇਰਸ ਦੀਆਂ ਗਾਈਡਲਾਈਨਸ ਦਾ ਖਾਸ ਤੌਰ ਦੇ ਉੱਪਰ ਇੱਥੇ ਪਾਲਣਾ ਕਰਨ ਦੇ ਵਾਸਤੇ ਕਿਹਾ ਗਿਆ ਸੀ। ਨਾਲ ਹੀ ਕਿਹਾ ਗਿਆ ਸੀ ਕਿ ਹਰ ਪ੍ਰਦਰਸ਼ਨ ਦੇ ਵਿੱਚ ਸ਼ਾਮਿਲ ਹੋਣ ਵਾਲਾ ਆਪਣੇ ਟਰੈਕਟਰ ਦੇ ਵਿੱਚ ਹੀ ਰਵੇ। ਸੋ ਉਸੇ ਤਰ੍ਹਾਂ ਸਾਰੇ ਨਿਯਮਾਂ ਦਾ ਪਾਲਣ ਕਰਦੇ ਹੋਏ ਭਾਰਤ ਦੇ ਕਿਸਾਨਾਂ ਦੇ ਲਈ ਆਵਾਜ਼ ਬੁਲੰਦ ਹੋਈ ਹੈ ਜਿੱਥੇ ਭਾਰਤੀ ਕਿਸਾਨਾਂ ਦੇ ਲਈ ਨਾਅਰੇ ਲਗਾਏ ਗਏ। ਸੋ ਦਿਖਾਉਂਦੇ ਹਾਂ ਤੁਹਾਨੂੰ ਇੱਥੇ ਦੀਆਂ ਇਹ ਤਸਵੀਰਾਂ। ਭਾਰਤ ਦੇ ਕਿਸਾਨਾਂ ਦੇ ਲਈ ਐਪਸਫੋਰਡ ਮਿਸ਼ਨ ਦੇ ਵਿੱਚ ਇੱਕ ਵਾਰ ਫਿਰ ਤੋਂ ਆਵਾਜ਼ ਉੱਠੀ ਜਿੱਥੇ ਇੱਕ ਟਰੈਕਟਰ ਰੈਲੀ ਕੀਤੀ ਗਈ। ਇਸ ਮੌਕੇ ਟਰੈਕਟਰਾਂ ਦੇ ਰਾਹੀਂ ਵੱਡੀ ਗਿਣਤੀ ਦੇ ਵਿੱਚ ਪ੍ਰਦਰਸ਼ਨ ਕਰਨ ਦੇ ਵਾਸਤੇ ਕੈਨੇਡਾ ਵਾਸੀ ਪਹੁੰਚੇ ਜਿੱਥੇ ਉਹਨਾਂ ਵੱਲੋਂ ਜਿਹੜੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸੀ ਉਹਨਾਂ ਦਾ ਖਾਸ ਪਾਲਣ ਕੀਤਾ ਗਿਆ। ਇਸ ਮੌਕੇ ਅਪੀਲ ਕੀਤੀ ਗਈ ਸੀ ਕਿ ਜਿਹੜੇ ਵੀ ਸ਼ਾਮਿਲ ਹੋਣ ਵਾਲੇ ਨੇ ਉਹ ਆਪਣੇ ਟਰੈਕਟਰਾਂ ਦੇ ਵਿੱਚ ਹੀ ਰਹਿਣ। ਸਾਰੇ ਜਿਹੜਾ ਪਾਇਲਟ ਟਰੈਕਟਰ ਹੈ ਉਸ ਨੂੰ ਫੋਲੋ ਕਰਨ। ਜਿਹੜਾ ਵੀ ਟਰੈਕਟਰ ਇਸ ਰੈਲੀ ਦੇ ਵਿੱਚ ਸ਼ਾਮਿਲ ਹੋਵੇਗਾ ਉਹ ਇਨਸ਼ੋਰਡ ਹੋਣਾ ਜ਼ਰੂਰੀ ਹੈ। ਨਾਲ ਹੀ ਕੋਰੋਨਾ ਵਾਇਰਸ ਦੇ ਨਿਯਮਾਂ ਦੀ ਪਾਲਣ ਕੀਤੀ ਜਾਵੇ, ਮਾਸਕ ਪਹਿਨਿਆ ਜਾਵੇ। ਇਸ ਸਭ ਨੂੰ ਧਿਆਨ ਵਿੱਚ ਰੱਖਦਿਆਂ ਹੀ ਭਾਰਤ ਦੇ ਕਿਸਾਨਾਂ ਦੇ ਲਈ ਆਵਾਜ਼ ਬੁਲੰਦ ਕੀਤੀ ਗਈ। ਐਪਸਪੋਰਟ ਦਾ ਜੰਗ ਮੁੰਡਾ ਜੀ ਦੇਵ ਸਿੱਧੂ, ਠੀਕ, ਉਹਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਜਿਹਨੇ ਸਾਨੂੰ ਐਡਾ ਵੱਡਾ ਰੂਟ ਸਿਟੀ ਤੋਂ ਅਪਰੂਵ ਕਰਾ ਕੇ ਦਿੱਤਾ। ਤੇ ਫਾਰਮਰ ਦਾ ਜਿਹੜੇ ਫਾਰਮਰ ਆਏ ਆ ਜਿੰਨੇ ਵੀ ਆਪਣੇ ਟਰੈਕਟਰ ਚਲਾਉਣ ਵਾਸਤੇ ਡਰਾਈਵਰ ਮੁੰਡੇ ਆਏ ਆ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਇਹ ਰੈਲੀ ਦੇ ਵਿੱਚ ਹਿੱਸਾ ਪਾਇਆ। ਇਹ ਰੈਲੀ 'ਚ ਐਕਚੁਅਲੀ ਹਿੱਸਾ ਵੀ ਪਾਇਆ ਤੇ ਆਪਦੇ ਕਿਸਾਨ ਵੀਰਾਂ ਨਾਲ ਵੀ ਖੜੇ। ਬ੍ਰਿਟਿਸ਼ ਕੋਲੰਬੀਆ ਤੋਂ ਵੈਕਸੀਨੇਸ਼ਨ ਦੇ ਨਾਲ ਜੁੜੀ ਹੋਈ ਖਬਰ ਸਾਹਮਣੇ ਆਈ ਹੈ ਜਿੱਥੇ ਹੁਣ ਕਿਹਾ ਜਾ ਰਿਹਾ ਹੈ ਕਿ ਇਸ ਹਫ਼ਤੇ 18 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਨੂੰ ਕੋਵਿਡ-19 ਵੈਕਸੀਨ ਦੇ ਵਾਸਤੇ ਰਜਿਸਟਰ ਕਰਨ ਦੇ ਲਈ ਉਤਸ਼ਾਹਿਤ ਕੀਤਾ ਜਾਵੇਗਾ। ਦੱਸ ਦਈਏ ਕਿ ਅਜੇ ਉਹਨਾਂ ਨੂੰ ਨਹੀਂ ਲਗਾਈ ਜਾਵੇਗੀ ਵੈਕਸੀਨ ਪਰ ਰਜਿਸਟ੍ਰੇਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਉਹਨਾਂ ਨੂੰ ਉਤਸ਼ਾਹਿਤ ਕਰਨ ਦੇ ਵਾਸਤੇ ਇੱਕ ਕਦਮ ਚੁੱਕਿਆ ਜਾ ਰਿਹਾ ਹੈ। ਨਾਲ ਹੀ ਦੱਸਾਂਗੇ ਕਿ ਪ੍ਰੋਵਿੰਸ ਦੇ ਵਿੱਚ ਕੌਣ ਕਦੋਂ ਰਜਿਸਟਰ ਕਰਵਾ ਸਕਦੇ ਨੇ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ 18 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਨੂੰ ਹੁਣ ਕੋਵਿਡ-19 ਵੈਕਸੀਨ ਲਗਾਉਣ ਦੇ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। 18 ਸਾਲ ਵਾਲਿਆਂ ਨੂੰ ਵੈਕਸੀਨੇਸ਼ਨ ਲੱਗਣੀ ਕੁਝ ਮਹੀਨੇ ਹਫ਼ਤਿਆਂ ਬਾਅਦ ਸ਼ੁਰੂ ਹੋਵੇਗੀ ਪਰ ਇਸ ਤੋਂ ਪਹਿਲਾਂ ਹੀ ਉਹਨਾਂ ਨੂੰ ਵੈਕਸੀਨ ਦੇ ਵਾਸਤੇ ਉਤਸ਼ਾਹਿਤ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਤਾਂ ਕਿ ਉਹ ਕੋਵਿਡ-19 ਵੈਕਸੀਨ ਸ਼ਾਟ ਦੇ ਲਈ ਆਪਣੀ ਰਜਿਸਟ੍ਰੇਸ਼ਨ ਕਰਵਾ ਲੈਣ। ਪ੍ਰੋਵਿੰਸ ਦੇ ਆਨਲਾਈਨ ਬੁਕਿੰਗ ਪੋਰਟਲ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਸ ਦੇ ਤਹਿਤ ਕੋਈ ਵੀ ਵੈਕਸੀਨੇਸ਼ਨ ਦੇ ਲਈ ਰਜਿਸਟਰ ਕਰਵਾ ਸਕਦਾ ਹੈ ਪਰ ਇਸ ਦੇ ਨਾਲ ਹੀ ਪ੍ਰੋਵਿੰਸ ਵੱਲੋਂ ਲਗਾਤਾਰ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਕੋਵਿਡ-19 ਵੈਕਸੀਨ ਸ਼ਾਟ ਲਗਵਾਉਣ ਦੇ ਵਾਸਤੇ ਆਪਣੀ ਉਮਰ ਦਾ ਇੰਤਜ਼ਾਰ ਕਰਨ
ਕਿਉਂਕਿ ਜੇਕਰ ਉਹ ਜਲਦੀ ਦੇ ਵਿੱਚ ਬੁਕਿੰਗ ਕਰਵਾਉਣਗੇ ਤਾਂ ਉਸ ਦੇ ਨਾਲ ਸਿਸਟਮ ਦੇ ਉੱਪਰ ਬੋਝ ਪੈ ਰਿਹਾ ਹੈ। ਅੱਜ 40 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਦੇ ਲਈ ਰਜਿਸਟ੍ਰੇਸ਼ਨ ਖੁੱਲੀ ਹੋਈ ਹੈ। ਕੱਲ ਨੂੰ 35 ਸਾਲ ਅਤੇ ਇਸ ਤੋਂ ਵੱਧ ਉਮਰ ਵਾਲੇ ਰਜਿਸਟ੍ਰੇਸ਼ਨ ਕਰਵਾ ਸਕਣਗੇ। ਅਪ੍ਰੈਲ 21 ਨੂੰ 30 ਸਾਲ ਅਤੇ ਇਸ ਤੋਂ ਵੱਧ ਉਮਰ ਵਾਲੇ, ਅਪ੍ਰੈਲ 22 ਨੂੰ 25 ਸਾਲ ਅਤੇ ਇਸ ਤੋਂ ਵੱਧ ਉਮਰ ਵਾਲੇ, ਅਪ੍ਰੈਲ 23 ਨੂੰ 18 ਸਾਲ ਅਤੇ ਇਸ ਤੋਂ ਵੱਧ ਉਮਰ ਵਾਲੇ ਕੋਵਿਡ-19 ਵੈਕਸੀਨ ਦੇ ਲਈ ਰਜਿਸਟਰ ਕਰਵਾ ਸਕਣਗੇ। ਰਜਿਸਟਰ ਕਰਵਾਉਣ ਦੇ ਕੋਲ ਪਰਸਨਲ ਹੈਲਥ ਨੰਬਰ, ਪੋਸਟਲ ਕੋਡ, ਜਨਮ ਦੀ ਤਾਰੀਖ ਅਤੇ ਈਮੇਲ ਐਡਰੈਸ ਨਾਲ ਹੀ ਫੋਨ ਨੰਬਰ ਹੋਣਾ ਜ਼ਰੂਰੀ ਹੈ ਤਾਂ ਕਿ ਉਹਨਾਂ ਨੂੰ ਇਸ ਕੋਰੋਨਾ ਟੀਕੇ ਦੇ ਬਾਰੇ ਟੈਕਸਟ ਮੈਸੇਜ ਦੇ ਰਾਹੀਂ ਜਾਣਕਾਰੀ ਦਿੱਤੀ ਜਾ ਸਕੇ। ਦੱਸਿਏ ਕਿ ਰਜਿਸਟ੍ਰੇਸ਼ਨ ਅਤੇ ਵੈਕਸੀਨ ਅਪਾਇੰਟਮੈਂਟ ਦੋਨੋਂ ਹੀ ਅਲੱਗ ਚੀਜ਼ ਹਨ। ਰਜਿਸਟਰ ਕਰਵਾ ਚੁੱਕੇ ਵਿਅਕਤੀ ਨੂੰ ਜਦੋਂ ਉਸ ਦੀ ਵਾਰੀ ਆਉਂਦੀ ਹੈ ਤਾਂ ਅਪਡੇਟ ਜਾਣੀ ਕਿ ਨੋਟੀਫਾਈ ਕੀਤਾ ਜਾਂਦਾ ਹੈ। ਪ੍ਰੋਵਿੰਸ ਵੱਲੋਂ ਜੂਨ ਆਖਿਰ ਤੱਕ ਦਾ ਟੀਚਾ ਰੱਖਿਆ ਗਿਆ ਹੈ ਕਿ ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੂੰ ਵੈਕਸੀਨ ਦਾ ਪਹਿਲਾ ਸ਼ਾਟ ਲਗਾ ਦਿੱਤਾ ਜਾਵੇ। ਜਾਣਕਾਰੀ ਮੁਤਾਬਕ ਹੁਣ ਤੱਕ 1.1 ਮਿਲੀਅਨ ਦੇ ਕਰੀਬ ਲੋਕ ਰਜਿਸਟਰ ਕਰਵਾ ਚੁੱਕੇ ਹਨ। ਮੋਡਰਨਾ ਵੈਕਸੀਨ ਵੱਲੋਂ ਹਾਲ ਹੀ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਉਹਨਾਂ ਵੱਲੋਂ ਸ਼ਿਪਮੈਂਟ ਦੇ ਵਿੱਚ ਦੇਰੀ ਕੀਤੀ ਜਾ ਰਹੀ ਹੈ। ਇਸ ਦੇ ਪਿੱਛੇ ਕੁਝ ਕਾਰਨ ਹਨ, ਪਰ ਹੁਣ ਕੈਨੇਡਾ ਨੂੰ ਫਾਈਜ਼ਰ ਵੈਕਸੀਨ ਤੋਂ ਉਮੀਦਾਂ ਹਨ। ਕੈਨੇਡਾ ਨੂੰ ਉਮੀਦ ਹੈ ਕਿ ਫਾਈਜ਼ਰ ਵੈਕਸੀਨ ਇਸ ਹਫ਼ਤੇ ਕੈਨੇਡਾ ਨੂੰ 1 ਮਿਲੀਅਨ ਡੋਜ਼ਸ ਭੇਜੇਗਾ। ਮੋਡਰਨਾ ਵੈਕਸੀਨ ਵੱਲੋਂ ਆਪਣੀ ਸ਼ਿਪਮੈਂਟ ਦੇ ਵਿੱਚ ਦੇਰੀ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਉਧਰ ਹੁਣ ਕੈਨੇਡਾ ਨੂੰ ਉਮੀਦ ਹੈ ਕਿ ਫਾਈਜ਼ਰ ਵੈਕਸੀਨ ਵੱਲੋਂ ਇਸ ਹਫ਼ਤੇ 1 ਮਿਲੀਅਨ ਡੋਜ਼ਸ ਭੇਜੀਆਂ ਜਾਣਗੀਆਂ। ਫੈਡਰਲ ਸਰਕਾਰ ਵੱਲੋਂ ਇਸ ਦੇ ਨਾਲ ਸੰਬੰਧਿਤ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਦੱਸਿਆ ਕਿ ਇਸ ਹਫ਼ਤੇ ਉਹਨਾਂ ਨੂੰ ਫਾਈਜ਼ਰ ਬਾਇਓਟੈਕ ਵੈਕਸੀਨ ਦੀਆਂ 1 ਮਿਲੀਅਨ ਸ਼ਾਟਸ ਮਿਲਣ ਦੀ ਉਮੀਦ ਹੈ। ਸਰਕਾਰ ਦੇ ਇਸ ਐਲਾਨ ਤੋਂ ਪਹਿਲਾਂ ਓਟਵਾ ਵੱਲੋਂ ਮੋਡਰਨਾ ਵੈਕਸੀਨ ਦੀਆਂ 1.2 ਮਿਲੀਅਨ ਡੋਜ਼ਸ ਲਈਆਂ ਜਾਣੀਆਂ ਸੀ। ਅਗਲੇ 7 ਦਿਨਾਂ ਤੱਕ ਓਟਵਾ ਨੂੰ ਆਕਸਫੋਰਡ ਐਸਟ੍ਰਾਜੈਨੇਕਾ ਜਾਂ ਫਿਰ ਜੌਨਸਨ ਐਂਡ ਜੌਨਸਨ ਵੈਕਸੀਨ ਦੀਆਂ ਵੀ ਕੋਈ ਡੋਜ਼ਸ ਨਹੀਂ ਮਿਲਣਗੀਆਂ। ਇਸ ਦੇ ਬਾਵਜੂਦ ਵੀ ਫੈਡਰਲ ਸਰਕਾਰ ਨੂੰ ਪੂਰਾ ਭਰੋਸਾ ਹੈ ਕਿ ਸਤੰਬਰ ਆਖਿਰ ਤੱਕ ਕੈਨੇਡਾ ਦੇ ਵਿੱਚ ਸਾਰੇ ਅਡਲਟਸ ਨੂੰ ਕੋਵਿਡ-19 ਵੈਕਸੀਨ ਡੋਜ਼ ਜਾਣੀ ਕਿ ਕੋਵਿਡ-19 ਵੈਕਸੀਨ ਟੀਕੇ ਲਗਾ ਦਿੱਤੇ ਜਾਣਗੇ। ਵੱਖ-ਵੱਖ ਫਾਰਮਾਸਿਊਟੀਕਲ ਕੰਪਨੀਆਂ ਵੱਲੋਂ ਫੈਡਰਲ ਸਰਕਾਰ ਦੇ ਨਾਲ ਵਾਅਦਾ ਕੀਤਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਵੱਲੋਂ ਆਪਣੀ ਸ਼ਿਪਮੈਂਟ ਦੇ ਵਿੱਚ ਦੇਰੀ ਲਿਆਂਦੀ ਜਾਵੇਗੀ। ਇਸ ਸਭ ਨੂੰ ਦੇਖਦਿਆਂ ਹੀ ਸਰਕਾਰ ਕਾਫੀ ਜ਼ਿਆਦਾ ਕੌਨਫੀਡੈਂਟ ਨਜ਼ਰ ਆ ਰਹੀ ਹੈ। ਹੁਣ ਮੋਡਰਨਾ ਵੈਕਸੀਨ ਵੱਲੋਂ ਜੋ ਸ਼ਿਪਮੈਂਟ ਦੇ ਵਿੱਚ ਦੇਰੀ ਕੀਤੀ ਗਈ ਹੈ, ਉਸ ਤੋਂ ਬਾਅਦ ਕੈਨੇਡਾ ਨੂੰ ਫਾਈਜ਼ਰ ਟੀਕੇ ਤੋਂ ਉਮੀਦਾਂ ਨੇ ਕਿ ਉਹਨਾਂ ਵੱਲੋਂ 1 ਮਿਲੀਅਨ ਸ਼ਾਟਸ ਭੇਜੇ ਜਾਣਗੇ। ਓਨਟਾਰੀਓ ਵੱਲੋਂ ਅੱਜ ਤੋਂ ਕਿਬੈਕ ਅਤੇ ਮੈਨੀਟੋਬਾ ਦੇ ਵਾਸਤੇ ਆਪਣੇ ਬਾਰਡਰ ਬੰਦ ਕਰ ਦਿੱਤੇ ਗਏ, ਜਿੱਥੇ ਹੁਣ ਸਖਤੀ ਕੀਤੀ ਗਈ ਹੈ। ਓਨਟਾਰੀਓ ਆਉਣ ਵਾਲੇ ਹਰ ਕਿਸੇ ਨੂੰ ਸਵਾਲ ਕੀਤਾ ਜਾਵੇਗਾ ਕਿ ਉਹਨਾਂ ਦਾ ਇੱਥੇ ਆਉਣ ਦਾ ਕੀ ਕਾਰਨ ਹੈ। ਜੇਕਰ ਕਾਰਨ ਵਾਜਿਬ ਹੋਵੇਗਾ ਤਾਂ ਹੀ ਇਜਾਜ਼ਤ ਮਿਲੇਗੀ, ਆਗਿਆ ਮਿਲੇਗੀ, ਨਹੀਂ ਤਾਂ ਉਹਨਾਂ ਨੂੰ ਵਾਪਸ ਭੇਜ ਦਿੱਤਾ ਜਾਵੇਗਾ। ਕਿਹਨਾਂ ਨੂੰ ਪਰਮਿਸ਼ਨ ਮਿਲ ਸਕਦੀ ਹੈ, ਇਹ ਸਾਰੀ ਜਾਣਕਾਰੀ ਤੁਹਾਨੂੰ ਦੱਸਾਂਗੇ ਇਸ ਖਬਰ ਦੇ ਵਿੱਚ। ਓਨਟਾਰੀਓ ਵੱਲੋਂ ਕੋਰੋਨਾ ਵਾਇਰਸ ਦੇ ਚੱਲਦਿਆਂ ਅੱਜ ਤੋਂ ਮੈਨੀਟੋਬਾ ਅਤੇ ਕਿਬੈਕ ਦੇ ਨਾਲ ਆਪਣੇ ਬਾਰਡਰ ਬੰਦ ਕੀਤੇ ਗਏ ਹਨ। ਓਟਵਾ ਦੇ ਵਿੱਚ ਪੁਲਿਸ ਵੱਲੋਂ 24/7 ਚੈੱਕ ਪੁਆਇੰਟਸ ਲਗਾਏ ਗਏ ਹਨ। ਕਿਉਨ ਅਤੇ ਬਰਬੋਨਿਸ ਫੈਰੀਜ਼ ਨੂੰ ਵੀ ਪੂਰੀ ਤਰ੍ਹਾਂ ਦੇ ਨਾਲ ਮੋਨੀਟਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ OPP ਵੱਲੋਂ ਓਟਵਾ ਦੇ ਵਿੱਚ ਨਿਗਰਾਨੀ ਕੀਤੀ ਜਾ ਰਹੀ ਹੈ। ਮੈਨੀਟੋਬਾ ਬਾਰਡਰ ਦੇ ਉੱਪਰ ਪ੍ਰੋਵਿੰਸ਼ੀਅਲ ਪੁਲਿਸ ਅਤੇ ਕਿਬੈਕ ਕ੍ਰਾਸਿੰਗ ਦੇ ਉੱਪਰ 401 ਵੱਲੋਂ ਦੇਖਰੇਖ ਕੀਤੀ ਜਾ ਰਹੀ ਹੈ। ਜੇਕਰ ਕੋਈ ਕਿਬੈਕ ਜਾਂ ਫਿਰ ਮੈਨੀਟੋਬਾ ਤੋਂ ਓਨਟਾਰੀਓ ਆਵੇਗਾ ਤਾਂ ਉਸ ਨੂੰ ਸਵਾਲ ਪੁੱਛਿਆ ਜਾਵੇਗਾ ਕਿ ਉਹ ਇੱਥੇ ਕਿਉਂ ਆਉਣਾ ਚਾਹੁੰਦਾ ਹੈ। ਜੇਕਰ ਉਸ ਦੇ ਆਉਣ ਦਾ ਕੋਈ ਸਹੀ ਮਕਸਦ ਨਹੀਂ ਹੋਵੇਗਾ ਤਾਂ ਉਹਨੂੰ ਵਾਪਸ ਭੇਜਿਆ ਜਾਵੇਗਾ। ਇਸ ਦੇ ਨਾਲ ਹੀ ਓਟਵਾ ਪੁਲਿਸ ਨੇ ਕਿਹਾ ਹੈ ਕਿ ਪਹਿਲੇ 24 ਤੋਂ 72 ਘੰਟਿਆਂ ਦੇ ਦੌਰਾਨ ਲੋਕਾਂ ਨੂੰ ਸਿਰਫ ਜਾਗਰੂਕ ਕੀਤਾ ਜਾਵੇਗਾ। ਇਸ ਸਮੇਂ ਦੌਰਾਨ ਸਖਤੀ ਨਹੀਂ ਕੀਤੀ ਜਾਵੇਗੀ। ਨਾਲ ਹੀ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਮਾਸਕ ਪਾਇਆ ਜਾਵੇ, ਖਾਸ ਕਰ ਜਦੋਂ ਪੁਲਿਸ ਦੇ ਨਾਲ ਕੋਈ ਵਿਅਕਤੀ ਗੱਲ ਕਰ ਰਿਹਾ ਹੋਵੇ ਤਾਂ ਉਹ ਮਾਸਕ ਜ਼ਰੂਰ ਪਾਵੇ। ਹੁਣ ਤੁਹਾਨੂੰ ਦੱਸਦੇ ਹਾਂ ਕਿ ਕਿਹਨਾਂ ਚੀਜ਼ਾਂ ਦੇ ਕਰਕੇ ਜਾਂ ਫਿਰ ਕਿਹੜੇ ਰੀਜ਼ਨਸ ਦੇ ਕਰਕੇ ਤੁਸੀਂ ਓਨਟਾਰੀਓ ਜਾ ਸਕਦੇ ਹੋ। ਤੁਹਾਡਾ ਓਨਟਾਰੀਓ ਦੇ ਵਿੱਚ ਘਰ ਹੋਣਾ ਚਾਹੀਦਾ ਹੈ ਜਾਂ ਤੁਸੀਂ ਓਨਟਾਰੀਓ ਦੇ ਵਿੱਚ ਕੰਮ ਕਰਦੇ ਹੋਣੇ ਚਾਹੀਦੇ ਹੋ। ਤੁਸੀਂ ਆਪਣੇ ਕਾਰੋਬਾਰ ਦੇ ਤਹਿਤ ਓਨਟਾਰੀਓ ਦੇ ਵਿੱਚ ਚੀਜ਼ਾਂ ਲੈ ਕੇ ਜਾ ਰਹੇ ਹੋ। ਤੁਹਾਨੂੰ ਸੋਸ਼ਲ ਸਰਵਿਸ ਜਾਂ ਫਿਰ ਹੈਲਥ ਕੇਅਰ ਦੀ ਜ਼ਰੂਰਤ ਹੈ। ਤੁਸੀਂ ਓਨਟਾਰੀਓ ਦੀ ਜਗ੍ਹਾ ਕਿਸੇ ਹੋਰ ਜਗ੍ਹਾ ਦੇ ਉੱਪਰ ਜਾਣਾ ਚਾਹੁੰਦੇ ਹੋ। ਤੁਹਾਡੇ ਨਾਲ ਉਹ ਮਰੀਜ਼ ਹੈ ਜੋ ਕਿ ਮੈਨੀਟੋਬਾ ਜਾਂ ਫਿਰ ਕਿਬੈਕ ਦੇ ਵਿੱਚ ਇਲਾਜ ਕਰਵਾ ਰਿਹਾ ਸੀ। ਤੁਸੀਂ ਚਿਲਡਰਨਸ ਏਡ ਸੁਸਾਇਟੀ ਦੀ ਕੇਅਰ ਅਧੀਨ ਹੋ। ਤੁਸੀਂ ਕਸਟਡੀ ਰਾਈਟਸ ਦੇ ਚੱਲਦਿਆਂ ਪ੍ਰੋਵਿੰਸ ਦੇ ਵਿੱਚ ਦਾਖਲ ਹੋਣਾ ਚਾਹੁੰਦੇ ਹੋ। ਜੇਕਰ ਤੁਹਾਡੇ ਕੋਲ ਇਸ ਤਰ੍ਹਾਂ ਦਾ ਕੋਈ ਵਾਜਬ ਕਾਰਨ ਹੈ ਕਿ ਤੁਸੀਂ ਓਨਟਾਰੀਓ ਜਾਣਾ ਚਾਹੁੰਦੇ ਹੋ ਤਾਂ ਹੀ ਤੁਹਾਨੂੰ ਪ੍ਰੋਵਿੰਸ ਦੇ ਵਿੱਚ ਦਾਖਲਾ ਦਿੱਤਾ ਜਾਵੇਗਾ। ਕਮਰਸ਼ੀਅਲ ਵਹੀਕਲ ਜਿਵੇਂ ਕਿ ਟਰਾਂਸਪੋਰਟ ਟਰੱਕਸ ਨੂੰ
ਓਨਟਾਰੀਓ ਵਿੱਚ ਜਾਣ ਦੀ ਇਜਾਜ਼ਤ ਹੋਵੇਗੀ। ਸਰੀ ਦੇ ਵਿੱਚ ਰੇਸਿਜ਼ਮ ਜਾਣੀ ਕਿ ਨਸਲਵਾਦ ਨੂੰ ਖਤਮ ਕਰਨ ਦੇ ਵਾਸਤੇ ਕਈ ਉਪਰਾਲੇ ਕੀਤੇ ਜਾ ਰਹੇ ਨੇ। ਉਧਰ ਵਾਈਟ ਰੌਕ ਅਤੇ ਸਰੀ ਦੇ ਵਿੱਚ ਜਿਹੜੀ ਇੱਕ ਸੰਸਥਾ ਹੈ ਉਸ ਨੂੰ ਫੰਡਿੰਗ ਦਿੱਤੀ ਗਈ ਹੈ ਤਾਂ ਕਿ ਜਿਹੜਾ ਰੇਸਿਜ਼ਮ ਜਾਣੀ ਕਿ ਨਸਲਵਾਦ ਹੈ ਉਸ ਨੂੰ ਰਿਵਿਊ ਕੀਤਾ ਜਾਵੇ ਅਤੇ ਅਪਡੇਟ ਕੀਤਾ ਜਾਵੇ। ਵਾਈਟ ਰੌਕ ਅਤੇ ਸਰੀ ਦੇ ਵਿੱਚ ਰੇਸਿਜ਼ਮ ਨੂੰ ਖਤਮ ਕਰਨ ਦੇ ਵਾਸਤੇ ਮੋਸੈਕ ਸੰਸਥਾ ਨੂੰ ਪ੍ਰੋਵਿੰਸ਼ੀਅਲ ਫੰਡਿੰਗ ਮਿਲੀ ਹੈ। ਇਹ ਐਲਾਨ ਮਿਨਿਸਟਰੀ ਆਫ ਅਟਾਰਨੀ ਜਨਰਲ ਵੱਲੋਂ ਕੀਤਾ ਗਿਆ ਹੈ। ਇੱਕ ਮਲਟੀਲਿੰਗੁਅਲ ਓਰੀਐਂਟੇਸ਼ਨ ਸਰਵਿਸਿਜ਼ ਐਸੋਸੀਏਸ਼ਨ ਫਾਰ ਇਮੀਗ੍ਰੈਂਟ ਕਮਿਊਨਿਟੀਜ਼ ਨੂੰ $10,000 ਦਿੱਤੇ ਜਾਣਗੇ। ਬ੍ਰਿਟਿਸ਼ ਕੋਲੰਬੀਆ ਐਂਟੀ ਰੇਸਿਜ਼ਮ ਨੈਟਵਰਕ ਦੇ ਵਾਸਤੇ $3,72,500 ਦੀ ਫੰਡਿੰਗ ਦਿੱਤੀ ਜਾ ਰਹੀ ਹੈ ਜੋ ਕਿ 57 ਕਮਿਊਨਿਟੀਜ਼ 36 ਆਰਗੇਨਾਈਜੇਸ਼ਨਸ ਦੇ ਵਾਸਤੇ ਹੈ। ਮੋਸੈਕ ਇਸ ਫੰਡਿੰਗ ਦੇ ਨਾਲ ਮੈਂਬਰਸ਼ਿਪ ਵਧਾਵੇਗਾ। ਇਸ ਦੇ ਨਾਲ ਹੀ ਨਸਲਵਾਦ ਨੂੰ ਰਿਵਿਊ ਕੀਤਾ ਜਾਵੇਗਾ ਅਤੇ ਅਪਡੇਟ ਵੀ ਕੀਤਾ ਜਾਵੇਗਾ। ਸੋ ਸਰੀ ਅਤੇ ਵਾਈਟ ਰੌਕ ਤੋਂ ਨਸਲਵਾਦ ਨੂੰ ਖਤਮ ਕਰਨ ਦੇ ਵਾਸਤੇ ਇੱਕ ਵੱਡਾ ਕਦਮ ਚੁੱਕਿਆ ਗਿਆ ਜਿੱਥੇ ਬ੍ਰਿਟਿਸ਼ ਕੋਲੰਬੀਆ ਦੇ ਵਾਸਤੇ ਇਸ ਦੇ ਚੱਲਦਿਆਂ ਫੰਡਿੰਗ ਦਾ ਐਲਾਨ ਕੀਤਾ ਗਿਆ ਸੀ। ਇਸੇ ਦੇ ਤਹਿਤ ਹੀ ਵਾਈਟ ਰੌਕ ਅਤੇ ਸਰੀ ਨੂੰ ਵੀ $10,000 ਦੀ ਫੰਡਿੰਗ ਦਿੱਤੀ ਜਾ ਰਹੀ ਹੈ। ਜੇਕਰ ਮੋਸੈਕ ਸੰਸਥਾ ਦੀ ਗੱਲ ਕੀਤੀ ਜਾਵੇ ਤਾਂ ਇਸ ਦੀ ਸ਼ੁਰੂਆਤ 1976 ਦੇ ਵਿੱਚ ਹੋਈ ਸੀ ਅਤੇ ਹੁਣ ਉਹਨਾਂ ਵੱਲੋਂ ਨਸਲਵਾਦ ਜਾਣੀ ਕਿ ਰੇਸਿਜ਼ਮ ਨੂੰ ਰਿਵਿਊ ਕੀਤਾ ਜਾਵੇਗਾ ਅਤੇ ਅਪਡੇਟ ਵੀ ਕੀਤਾ ਜਾਵੇਗਾ। ਕੈਨੇਡਾ ਇਮੀਗ੍ਰੇਸ਼ਨ ਵਿਭਾਗ ਵੱਲੋਂ ਇੱਕ ਖਾਸ ਜਾਣਕਾਰੀ ਸਾਂਝੀ ਕੀਤੀ ਗਈ ਜਿੱਥੇ ਉਹਨਾਂ ਦੱਸਿਆ ਕਿ 7 ਇਮੀਗ੍ਰੇਸ਼ਨ ਪ੍ਰੋਜੈਕਟ ਦੇ ਵਾਸਤੇ ਉਹਨਾਂ ਵੱਲੋਂ ਆਨਲਾਈਨ ਪੋਰਟਲ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦੇ ਨਾਲ ਜਿਹੜੀ ਇਮੀਗ੍ਰੇਸ਼ਨ ਹੈ ਉਸ ਦੇ ਵਿੱਚ ਤੇਜ਼ੀ ਲਿਆਂਦੀ ਜਾਵੇਗੀ। ਜੋ ਮੇਲ ਦੇ ਵਿੱਚ ਡੀਲੇ ਹੁੰਦਾ ਸੀ ਉਸ ਨੂੰ ਹੁਣ ਖਤਮ ਕੀਤਾ ਜਾ ਸਕਦਾ ਹੈ। ਨਾਲ ਹੀ ਦੱਸਿਆ ਗਿਆ ਕਿ ਪੇਪਰਸ ਦੇ ਜ਼ਰੀਏ ਅਜੇ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਪਰ ਇਹ ਜਿਹੜਾ ਮੌਕਾ ਦਿੱਤਾ ਜਾ ਰਿਹਾ ਕਿ ਆਨਲਾਈਨ ਤਰੀਕੇ ਦੇ ਨਾਲ ਅਪਲਾਈ ਕੀਤਾ ਜਾਵੇ। ਬਾਕੀ ਸਾਰੀ ਜਾਣਕਾਰੀ ਡਿਟੇਲ ਦੇ ਵਿੱਚ ਦੱਸਾਂਗੇ ਇਸ ਖਬਰ ਅੰਦਰ ਕਿ ਕਿਹਨਾਂ 7 ਪ੍ਰੋਜੈਕਟ ਦੇ ਵਾਸਤੇ ਇਸ ਦੀ ਸ਼ੁਰੂਆਤ ਕੀਤੀ ਗਈ ਹੈ। IRCC ਵੱਲੋਂ 7 ਇਮੀਗ੍ਰੇਸ਼ਨ ਪ੍ਰੋਗਰਾਮ ਦੇ ਵਾਸਤੇ ਆਨਲਾਈਨ ਐਪਲੀਕੇਸ਼ਨ ਪੋਰਟਲ ਦੀ ਸ਼ੁਰੂਆਤ ਕੀਤੀ ਗਈ ਹੈ। ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਅਪ੍ਰੈਲ 1 ਨੂੰ ਆਨਲਾਈਨ ਪਰਮਨੈਂਟ ਰੈਜ਼ੀਡੈਂਸ ਐਪਲੀਕੇਸ਼ਨ ਪੋਰਟਲ ਲਾਂਚ ਕੀਤਾ ਗਿਆ। ਜਿਹੜੇ 7 ਪ੍ਰੋਗਰਾਮਸ ਦੇ ਵਾਸਤੇ ਇਸ ਨੂੰ ਲਾਂਚ ਕੀਤਾ ਗਿਆ ਉਹ ਹਨ ਨਾਨ ਐਕਸਪ੍ਰੈਸ ਐਂਟਰੀ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ, ਰੂਰਲ ਐਂਡ ਨਾਰਦਰਨ ਇਮੀਗ੍ਰੇਸ਼ਨ ਪਾਇਲਟ, ਐਗਰੀ ਫੂਡ ਪਾਇਲਟ, Atlantic Immigration Pilot, Quebec Selected Investor Program, Quebec Entrepreneur Program, Quebec Self-Employed Persons Program। ਦੱਸ ਦਈਏ ਕਿ ਅਜੇ ਵੀ ਪੇਪਰਸ ਦੇ ਜ਼ਰੀਏ ਅਪਲਾਈ ਕੀਤਾ ਜਾ ਸਕਦਾ ਹੈ ਪਰ IRCC ਵੱਲੋਂ ਪੇਪਰ ਬੇਸਡ ਪ੍ਰੋਗਰਾਮ ਨੂੰ ਡਿਜੀਟਾਈਜ਼ ਕਰਨ ਦੇ ਵੱਲ ਧਿਆਨ ਦਿੱਤਾ ਜਾ ਰਿਹਾ ਹੈ। ਇਸ ਆਨਲਾਈਨ ਆਪਸ਼ਨ ਦੇ ਨਾਲ ਇਮੀਗ੍ਰੇਸ਼ਨ ਐਪਲੀਕੈਂਟਸ ਨੂੰ ਵੱਧ ਆਪਸ਼ਨਸ ਜਾਣੀ ਕਿ ਵਿਕਲਪ ਮਿਲਦੇ ਹਨ। ਇਸ ਦੇ ਨਾਲ ਮੇਲ ਦੇ ਵਿੱਚ ਜੋ ਦੇਰੀ ਹੁੰਦੀ ਹੈ ਉਸ ਤੋਂ ਵੀ ਬਚਿਆ ਜਾ ਸਕਦਾ ਹੈ ਜਾਣੀ ਕਿ ਇਮੀਗ੍ਰੇਸ਼ਨ ਦਾ ਕੰਮ ਇਸ ਦੇ ਨਾਲ ਸੌਖਾ ਹੋਵੇਗਾ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਵੱਲੋਂ ਪਹਿਲਾਂ ਹੀ ਇਹ ਕਹਿ ਦਿੱਤਾ ਗਿਆ ਹੈ ਕਿ ਪੈਂਡੈਮਿਕ ਦੇ ਦੌਰਾਨ ਇਮੀਗ੍ਰੇਸ਼ਨ ਸਿਸਟਮ ਨੂੰ ਵਰਚੁਅਲ ਅਤੇ ਕੰਟੈਕਟਲੈਸ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਮਾਰਚ 2020 ਤੋਂ ਕੈਨੇਡਾ ਵੱਲੋਂ ਆਪਣੀ ਸਿਟੀਜ਼ਨਸ਼ਿਪ ਸੈਰੇਮਨੀਜ਼ ਨੂੰ ਆਨਲਾਈਨ ਕੀਤਾ ਗਿਆ ਹੈ ਅਤੇ ਸਿਟੀਜ਼ਨ ਟੈਸਟਾਂ ਨੂੰ ਵੀ ਡਿਜੀਟਲਾਈਜ਼ ਕੀਤਾ ਗਿਆ। ਅਮਰੀਕਾ ਦੇ ਵਿੱਚ ਵੈਕਸੀਨੇਸ਼ਨ ਨੂੰ ਲੈ ਕੇ ਤੇਜ਼ੀ ਲਿਆਂਦੀ ਜਾ ਰਹੀ ਹੈ ਜਿੱਥੇ ਹੁਣ ਅਪਡੇਟ ਸਾਹਮਣੇ ਆਈ ਹੈ ਕਿ 16 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਨੂੰ ਟੀਕੇ ਲਗਾਏ ਜਾਣਗੇ। ਇਸ ਦੇ ਵਾਸਤੇ ਵੀ ਰਾਸ਼ਟਰਪਤੀ ਜੋ ਬਾਈਡਨ ਨੇ ਟੀਚਾ ਮਿੱਥਿਆ ਹੈ। ਨਾਲ ਹੀ ਦੱਸ ਦਈਏ ਕਿ 16 ਸਾਲ ਤੋਂ ਘੱਟ ਉਮਰ ਵਾਲਿਆਂ ਦੇ ਲਈ ਅਜੇ ਕੋਈ ਵੀ ਵੈਕਸੀਨ ਅਪਰੂਵ ਨਹੀਂ ਕੀਤੀ ਗਈ, ਨਾ ਹੀ ਅਮਰੀਕਾ ਦੇ ਵਿੱਚ ਤੇ ਨਾ ਹੀ ਕੈਨੇਡਾ ਦੇ ਵਿੱਚ। ਵੱਖ-ਵੱਖ ਦੇਸ਼ਾਂ ਵੱਲੋਂ ਕਰੋਨਾ ਵਾਇਰਸ ਦੇ ਚੱਲਦਿਆਂ ਵੈਕਸੀਨੇਸ਼ਨ ਨੂੰ ਹੋਰ ਵੀ ਜ਼ਿਆਦਾ ਤੇਜ਼ ਕੀਤਾ ਜਾ ਰਿਹਾ ਹੈ। ਅਮਰੀਕਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਹੁਣ 16 ਸਾਲ ਅਤੇ ਇਸ ਤੋਂ ਵੱਧ ਉਮਰ ਵਾਲੇ ਅਮਰੀਕਨਸ ਨੂੰ ਵੈਕਸੀਨ ਲਗਾਈ ਜਾਵੇਗੀ। US ਸੈਂਟਰਸ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਵੱਲੋਂ ਕਿਹਾ ਗਿਆ ਕਿ ਹੁਣ ਅਮਰੀਕਾ ਦੇ ਵਿੱਚ ਜਿਨ੍ਹਾਂ ਦੀ ਉਮਰ 16 ਸਾਲ ਅਤੇ ਇਸ ਤੋਂ ਵੱਧ ਹੈ ਉਹ ਕੋਵਿਡ-19 ਟੀਕੇ ਦੇ ਵਾਸਤੇ ਐਲੀਜੀਬਲ ਹਨ। ਅਲਾਸਕਾ ਅਜਿਹਾ ਪਹਿਲਾ ਸੂਬਾ ਹੈ ਜਿੱਥੇ 16 ਸਾਲ ਵਾਲਿਆਂ ਨੂੰ ਕੋਵਿਡ-19 ਵੈਕਸੀਨ ਲਗਾਈ ਜਾਵੇਗੀ। ਇਸ ਤੋਂ ਬਾਅਦ ਜਾਰਜੀਆ, ਟੈਕਸਸ ਅਤੇ ਕੈਲੀਫੋਰਨੀਆ ਦਾ ਨੰਬਰ ਆਉਂਦਾ ਹੈ ਜਿਨ੍ਹਾਂ ਵੱਲੋਂ 16 ਸਾਲ ਦੇ ਉਮਰ ਵਾਲਿਆਂ ਨੂੰ ਵੈਕਸੀਨੇਸ਼ਨ ਲਗਾਈ ਜਾਣ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਅਪ੍ਰੈਲ ਮਹੀਨੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਸਾਰੇ ਹੀ ਸੂਬਿਆਂ ਨੂੰ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਸੀ ਕਿ 18 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਨੂੰ ਅਪ੍ਰੈਲ 19 ਤੱਕ ਕਰੋਨਾ ਟੀਕਾ ਲਗਾ ਦਿੱਤਾ ਜਾਵੇ। ਦੱਸ ਦਈਏ ਕਿ ਅਜੇ ਤੱਕ 16 ਸਾਲ ਤੋਂ ਘੱਟ ਉਮਰ ਵਾਲਿਆਂ ਨੂੰ ਟੀਕਾ ਲਗਾਉਣ ਦੇ ਬਾਰੇ ਵਿੱਚ ਕੋਈ ਵੀ ਮਨਜ਼ੂਰੀ ਨਹੀਂ ਦਿੱਤੀ ਗਈ। CDC ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਮੁਤਾਬਕ ਅਮਰੀਕਾ ਦੇ ਵਿੱਚ ਅੱਧੇ ਤੋਂ ਜ਼ਿਆਦਾ ਲੋਕਾਂ ਨੂੰ ਕੋਵਿਡ-19 ਵੈਕਸੀਨ ਸ਼ਾਟ ਲਗਾਏ ਜਾ ਚੁੱਕੇ ਨੇ।
ਕੈਨੇਡਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇੱਥੇ ਕੋਈ ਵੀ ਅਜਿਹਾ ਵੈਕਸੀਨ ਅਪਰੂਵ ਨਹੀਂ ਕੀਤਾ ਗਿਆ ਜੋ ਕਿ 16 ਸਾਲ ਤੋਂ ਘੱਟ ਉਮਰ ਵਾਲਿਆਂ ਨੂੰ ਲਗਾਇਆ ਜਾਵੇ। ਹੈਲਥ ਕੈਨੇਡਾ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਡਾਟਾ ਦੀ ਉਡੀਕ ਕੀਤੀ ਜਾ ਰਹੀ ਹੈ ਤਾਂ ਕਿ ਇੱਥੇ ਬੱਚਿਆਂ ਦੇ ਵਾਸਤੇ ਵੀ ਵੈਕਸੀਨ ਅਪਰੂਵ ਕੀਤਾ ਜਾਵੇ। ਓਨਟਾਰੀਓ ਦੇ ਵਿੱਚ ਜਿਹੜੇ ਕਰੋਨਾ ਵਾਇਰਸ ਦੇ ਹਾਲਾਤ ਨੇ, ਇਸ ਦੇ ਕਰਕੇ ਪ੍ਰੀਮੀਅਰ ਡਗ ਫੋਰਡ ਦੇ ਉੱਪਰ ਕਈ ਤਰ੍ਹਾਂ ਦੇ ਇਲਜ਼ਾਮ ਲੱਗ ਰਹੇ ਨੇ। ਨਾਲ ਦੀ ਨਾਲ ਉਹਨਾਂ ਦੇ ਅਸਤੀਫੇ ਦੀ ਵੀ ਹੁਣ ਮੰਗ ਉੱਠਣ ਲੱਗੀ ਹੈ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਉਹ ਇੱਥੇ ਸਥਿਤੀ ਨੂੰ ਕਾਬੂ ਕਰਨ ਦੇ ਵਿੱਚ ਅਸਫਲ ਰਹੇ। ਨਾਲ ਦੀ ਨਾਲ ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਰੋਨਾ ਵਾਇਰਸ ਦੇ ਕਿੰਨੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਓਨਟਾਰੀਓ ਦੇ ਵਿੱਚ ਲਗਾਤਾਰ ਕਰੋਨਾ ਵਾਇਰਸ ਦੇ ਹਾਲਾਤ ਵਿਗੜਦੇ ਹੀ ਜਾ ਰਹੇ ਨੇ। ਇਸ ਸਭ ਨੂੰ ਦੇਖਦਿਆਂ ਪ੍ਰੀਮੀਅਰ ਡਗ ਫੋਰਡ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ। ਲੋਕਾਂ ਵੱਲੋਂ ਉਹਨਾਂ ਦੇ ਉੱਪਰ ਦੋਸ਼ ਲਗਾਇਆ ਜਾ ਰਿਹਾ ਹੈ ਕਿ ਇੱਥੇ ਹਾਲਾਤਾਂ ਨੂੰ ਕਾਬੂ ਕਰਨ ਦੇ ਵਿੱਚ ਪ੍ਰੀਮੀਅਰ ਅਸਫਲ ਰਹੇ। ਓਨਟਾਰੀਓ ਦੇ 24 ਘੰਟਿਆਂ ਦੌਰਾਨ ਕਰੋਨਾ ਵਾਇਰਸ ਦੇ ਜੇਕਰ ਮਾਮਲਿਆਂ ਦੀ ਗੱਲ ਕੀਤੀ ਜਾਵੇ ਤਾਂ ਇੱਥੋਂ 4447 ਮਾਮਲਿਆਂ ਦੀ ਪੁਸ਼ਟੀ ਹੋਈ। ਇਸ ਦੇ ਨਾਲ ਹੀ 19 ਲੋਕਾਂ ਦੀ ਜਾਨ ਵੀ ਇਸ ਵਾਇਰਸ ਦੇ ਕਰਕੇ ਬੀਤੇ 24 ਘੰਟਿਆਂ ਦੌਰਾਨ ਚਲੀ ਗਈ। ਮਿਨਿਸਟਰੀ ਆਫ ਹੈਲਥ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਹਸਪਤਾਲ ਦੇ ਵਿੱਚ ਇਸ ਸਮੇਂ 2202 ਦੇ ਕਰੀਬ ਮਰੀਜ਼ ਹਨ, ਜਿਨ੍ਹਾਂ ਵਿੱਚੋਂ 755 ਇੰਟੈਂਸਿਵ ਕੇਅਰ ਅਧੀਨ ਅਤੇ 516 ਵੈਂਟੀਲੇਟਰ ਦੇ ਉੱਪਰ ਨੇ। ਇਸ ਦੇ ਨਾਲ ਹੀ ਦੱਸਣਾ ਬਣਦਾ ਹੈ ਕਿ ਓਨਟਾਰੀਓ ਦੇ ਵਿੱਚ ਅੱਜ ਤੋਂ ਸਖਤੀਆਂ ਲਾਗੂ ਹੋ ਗਈਆਂ ਨੇ, ਜਿੱਥੇ ਓਨਟਾਰੀਓ ਵੱਲੋਂ ਆਪਣੇ ਬਾਰਡਰ ਬੰਦ ਕਰ ਦਿੱਤੇ ਗਏ ਨੇ। ਟੋਰਾਂਟੋ ਤੋਂ 1229, ਪੀਲ ਰੀਜਨ ਤੋਂ 926, ਯਾਰਕ ਰੀਜਨ ਤੋਂ 577, ਓਟਵਾ ਤੋਂ 233, ਹੈਮਿਲਟਨ ਤੋਂ 227 ਮਾਮਲਿਆਂ ਦੀ ਪੁਸ਼ਟੀ ਹੋਈ। ਕਿਊਬੈਕ ਤੋਂ 24 ਘੰਟਿਆਂ ਦੌਰਾਨ 1092 ਕਰੋਨਾ ਦੇ ਮਾਮਲੇ ਸਾਹਮਣੇ ਆਏ ਅਤੇ 15 ਜਾਣਿਆਂ ਦੀ ਜਾਨ ਚਲੀ ਗਈ। ਹੁਣ ਤੱਕ 3,38,044 ਦੇ ਕਰੀਬ ਇੱਥੇ ਕਨਫਰਮਡ ਕੇਸ ਨੇ। ਹੁਣ ਤੱਕ 10,816 ਮੌਤਾਂ ਹੋ ਚੁੱਕੀਆਂ ਨੇ। ਹਸਪਤਾਲ ਦੇ ਵਿੱਚ 683 ਦੇ ਕਰੀਬ ਮਰੀਜ਼ ਹਨ, ਜਿਨ੍ਹਾਂ ਵਿੱਚੋਂ 183 ਇੰਟੈਂਸਿਵ ਕੇਅਰ ਅਧੀਨ ਹਨ। ਕੈਨੇਡਾ ਤੋਂ ਹੁਣ ਤੱਕ 1.13 ਮਿਲੀਅਨ ਦੇ ਕਰੀਬ ਕਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। ਹੁਣ ਤੱਕ 23,656 ਦੇ ਕਰੀਬ ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਦੇ ਨਾਲ ਹੀ ਕੈਨੇਡਾ ਦੇ ਵਿੱਚ 1.2 ਮਿਲੀਅਨ ਦੇ ਕਰੀਬ ਠੀਕ ਹੋਣ ਵਾਲੇ ਮਰੀਜ਼ਾਂ ਦੀ ਜਾਣੀ ਕਿ ਮਾਮਲਿਆਂ ਦੀ ਗਿਣਤੀ ਹੈ। ਜਗਮੀਤ ਸਿੰਘ ਵੱਲੋਂ ਫੈਡਰਲ ਸਰਕਾਰ ਨੂੰ ਇੱਕ ਪੱਤਰ ਲਿਖਿਆ ਗਿਆ ਜਿੱਥੇ ਮੰਗ ਕੀਤੀ ਗਈ ਹੈ ਕਿ ਫੈਡਰਲ ਐਮਰਜੈਂਸੀ ਐਕਟ ਦਾ ਇਸਤੇਮਾਲ ਕੀਤਾ ਜਾਵੇ ਤਾਂ ਕਿ ਓਨਟਾਰੀਓ ਦੇ ਵਿੱਚ ਜਿਹੜੇ ਹਾਲਾਤ ਨੇ ਉਸ ਤੋਂ ਡਰ ਸਕਣ। ਉਹਨਾਂ ਵੱਲੋਂ ਇਹ ਪੱਤਰ ਲਿਖਿਆ ਗਿਆ ਜਿਸ ਦੇ ਵਿੱਚ ਉਹਨਾਂ ਨੇ ਵੈਕਸੀਨੇਸ਼ਨ ਦਾ ਵੀ ਜ਼ਿਕਰ ਕੀਤਾ ਹੈ। ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇੱਕ ਪੱਤਰ ਲਿਖਿਆ ਗਿਆ। ਜਗਮੀਤ ਸਿੰਘ ਵੱਲੋਂ ਜਸਟਿਨ ਟਰੂਡੋ ਨੂੰ ਓਨਟਾਰੀਓ ਦੇ ਮਾਮਲੇ ਦੇ ਵਿੱਚ ਇਹ ਪੱਤਰ ਲਿਖਿਆ ਗਿਆ ਹੈ, ਜਿੱਥੇ ਜਗਮੀਤ ਸਿੰਘ ਵੱਲੋਂ ਟਰੂਡੋ ਨੂੰ ਓਨਟਾਰੀਓ ਦੇ ਲਈ ਫੈਡਰਲ ਐਮਰਜੈਂਸੀਜ਼ ਐਕਟ ਦੀ ਵਰਤੋਂ ਕਰਨ ਦੇ ਲਈ ਕਿਹਾ ਗਿਆ। ਉਹਨਾਂ ਇਸ ਦੇ ਵਿੱਚ ਕਿਹਾ ਕਿ ਜਿਹੜੇ ਲੋਕਾਂ ਨੂੰ ਵੈਕਸੀਨ ਦੀ ਜ਼ਰੂਰਤ ਹੈ, ਇਸ ਦੇ ਨਾਲ ਉਹਨਾਂ ਨੂੰ ਵੈਕਸੀਨ ਮਿਲ ਸਕੇਗਾ ਅਤੇ ਸਿੱਖ ਵਰਕਰਸ ਨੂੰ ਵੀ ਪੈਸੇ ਮਿਲਣਗੇ ਜਦੋਂ ਉਹ ਘਰ ਦੇ ਵਿੱਚ ਹੋਣਗੇ। ਜਗਮੀਤ ਸਿੰਘ ਵੱਲੋਂ ਆਪਣੇ ਪੱਤਰ ਦੇ ਵਿੱਚ ਓਨਟਾਰੀਓ ਦੇ ਹਾਲਾਤਾਂ ਦਾ ਜ਼ਿਕਰ ਕੀਤਾ ਗਿਆ, ਜਿਸ ਦੇ ਵਿੱਚ ਉਹਨਾਂ ਦੱਸਿਆ ਕਿ ਕਿਸ ਤਰ੍ਹਾਂ ਕਰੋਨਾ ਵਾਇਰਸ ਦੀ ਤੀਸਰੀ ਲਹਿਰ ਦੇ ਨਾਲ ਓਨਟਾਰੀਓ ਪ੍ਰਭਾਵਿਤ ਹੋਇਆ ਹੈ। ਹਸਪਤਾਲਾਂ ਦੇ ਵਿੱਚ ਲਗਾਤਾਰ ਬੈੱਡ ਭਰਦੇ ਜਾ ਰਹੇ ਨੇ ਤੇ ਉਧਰ ਹੋਰ ਵੀ ਓਨਟਾਰੀਓ ਵਾਸੀਆਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਪੇਸ਼ ਆ ਰਹੀਆਂ ਨੇ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਜਗਮੀਤ ਸਿੰਘ ਵੱਲੋਂ ਫੈਡਰਲ ਸਰਕਾਰ ਦੇ ਕੋਲ ਕਰੋਨਾ ਵਾਇਰਸ ਦਾ ਮੁੱਦਾ ਕਈ ਵਾਰ ਚੁੱਕਿਆ ਗਿਆ ਹੈ। ਇਸ ਦੇ ਨਾਲ ਹੀ ਜਗਮੀਤ ਸਿੰਘ ਵੱਲੋਂ ਲੈਟਰ ਦੇ ਵਿੱਚ ਜਾਣੀ ਪੱਤਰ ਦੇ ਵਿੱਚ ਇਹ ਵੀ ਲਿਖਿਆ ਗਿਆ ਕਿ ਫੈਡਰਲ ਸਰਕਾਰ ਆਪੋਜੀਸ਼ਨ ਦੇ ਨਾਲ ਅਤੇ ਹੋਰ ਵੀ ਬਾਕੀ ਲੀਡਰਸ ਦੇ ਨਾਲ ਮੀਟਿੰਗ ਕਰੇ, ਜਿੱਥੇ ਉਹਨਾਂ ਵੱਲੋਂ ਇਕੱਠਿਆਂ ਕਰੋਨਾ ਵਾਇਰਸ ਦੇ ਖਿਲਾਫ ਮਿਲ ਕੇ ਇਕਜੁੱਟ ਹੋ ਕੇ ਕੰਮ ਕੀਤਾ ਜਾਵੇ। ਉਹਨਾਂ ਕਿਹਾ ਕਿ ਕਰੋਨਾ ਵਾਇਰਸ ਦਾ ਅਸੀਂ ਸਾਰੇ ਇਕੱਠੇ ਸਾਹਮਣਾ ਕਰ ਸਕਦੇ ਹਾਂ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਕੈਨੇਡਾ ਨੇ 2 ਸਾਲਾਂ ਦੇ ਵਿੱਚ ਪਹਿਲਾ ਬਜਟ ਕੀਤਾ ਪੇਸ਼। 3 ਲੱਖ ਤੋਂ ਵੱਧ ਨੌਕਰੀਆਂ ਲੈ ਕੇ ਆਉਣ ਦੀ ਤਿਆਰੀ। ਅੰਤਰਰਾਸ਼ਟਰੀ ਨਸ਼ਾ ਤਸਕਰ ਗਿਰੋਹ ਬੇਨਕਾਬ, ਵੱਡੀ ਗਿਣਤੀ ਦੇ ਵਿੱਚ ਪੰਜਾਬੀ ਹੋਏ ਗ੍ਰਿਫਤਾਰ। ਟਰੂਡੋ ਆਇਆ ਓਨਟਾਰੀਓ ਦੀ ਮਦਦ ਦੇ ਲਈ ਅੱਗੇ, ਕਰੋਨਾ ਦੇ ਚੱਲਦਿਆਂ ਭੇਜੀ ਜਾ ਰਹੀ ਮਦਦ। ਵੈਨਕੂਵਰ ਦੇ ਵਿੱਚ ਪੰਜਾਬੀ ਨੌਜਵਾਨ ਦੇ ਮਾਰੀਆਂ ਗੋਲੀਆਂ, ਰੈਸਟੋਰੈਂਟ ਦੇ ਬਾਹਰ ਮਾਰੀਆਂ ਗਈਆਂ ਗੋਲੀਆਂ। ਐਪਸਫੋਰਡ ਦੇ ਵਿੱਚ ਹੋਇਆ ਕਿਸਾਨ ਅੰਦੋਲਨ, ਟਰੈਕਟਰ ਲੈ ਕੇ ਪਹੁੰਚੇ ਪੰਜਾਬੀ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।